Religion Outlook। ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ, ਵਿੱਚ ਜੀਵਾਂ ਦੀ ਉਤਪਤੀ ਕੀਤੀ ਤੇ ਜੀਵਾਂ ਦੇ ਨਾਲ ਹੀ ਮਾਇਆ ਵੀ ਪੈਦਾ ਕੀਤੀ ਤੇ ਅਜਿਹਾ ਵਰਤਾਰਾ ਬਣਾਇਆ ਕਿ ਉਹ ਮਾਇਆ ਜੀਵਾਂ ਨੂੰ ਮਿੱਠੀ ਲੱਗੇ। ਜਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਇਹ ਜਾਣਦੇ ਹਾਂ ਕਿ ਮਾਇਆ ਅਸਲ ਦੇ ਵਿੱਚ ਕੋਈ ਬਹੁਤੀ ਚੰਗੀ ਚੀਜ਼ ਨਹੀਂ, ਇਹ ਸਾਨੂੰ ਸਥਾਈ ਖੁਸ਼ੀ ਨਹੀਂ ਦਿੰਦੀ। ਤਾਂ ਸਵਾਲ ਪੈਦਾ ਹੁੰਦਾ ਕਿ ਫਿਰ ਉਸ ਪਰਮਾਤਮਾ ਨੇ ਇਹਨੂੰ ਇੰਨਾ ਮਿੱਠਾ ਕਿਉਂ ਬਣਾਇਆ। ਇਸ ਸਵਾਲ ਦਾ ਉੱਤਰ ਅੱਜ ਦੀ ਗੁਰਬਾਣੀ ਦੀ ਵਿਆਖਿਆ ਦੇ ਰਾਹੀਂ ਅਸੀਂ ਜਾਣਾਂਗੇ। ਸੋ ਵੀਡੀਓ ਨੂੰ ਅੰਤ ਤੱਕ ਵੇਖਣ ਦੀ ਜ਼ਰੂਰ ਕਿਰਪਾਲਤਾ ਕਰਿਓ। ਤੇ ਦੂਸਰਾ ਵੱਡਾ ਸਵਾਲ ਇਹ ਹੈ ਕਿ ਉੱਪਰੋਂ ਤੇ ਇਹ ਮਾਇਆ ਮਿੱਠੀ ਲੱਗਦੀ ਹੈ ਕਿ ਅਸਲ ਦੇ ਵਿੱਚ ਇੰਨੀ ਹੀ ਮਿੱਠੀ ਹੈ, ਇਹਦੀ ਅਸਲ ਮਿਠਾਸ ਕਿੰਨੀ ਕੁ ਹੈ। ਇਹ ਸਵਾਲ ਦਾ ਉੱਤਰ ਵੀ ਸਾਨੂੰ ਅੱਜ ਦੀ ਗੁਰਬਾਣੀ ਦੇ ਰਾਹੀਂ ਮਿਲੇਗਾ। ਵੀਡੀਓ ਚੰਗੀ ਲੱਗੇ, ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ੁਰੂਆਤ ਕਰੀਏ। ਮੇਰੇ ਜੀਅੜਿਆ ਪਰਦੇਸੀਆ, ਕਿਤ ਪਵੈ ਜੰਜਾਲੇ ਰਾਮ। ਸਾਚਾ ਸਾਹਿਬ ਮਨ ਵਸੈ, ਕੀ ਫਾਸੈ ਜਮ ਜਾਲੇ ਰਾਮ। ਹੇ ਮੇਰੇ ਪਰਦੇਸੀ ਜੀਵ ਆਤਮਾ, ਤੂੰ ਕਿਉਂ ਮਾਇਆ ਦੇ ਜੰਜਾਲ ਵਿੱਚ ਫਸ ਰਿਹਾ ਹੈ। ਜੇ ਸਦਾ ਥਿਰ ਰਹਿਣ ਵਾਲਾ ਮਾਲਕ ਤੇਰੇ ਮਨ ਵਿੱਚ ਵਸਦਾ ਹੋਵੇ ਤਾਂ ਤੂੰ ਮਾਇਆ ਦੇ ਮੋਹ ਰੂਪ ਜਮ ਦੇ ਖਿਲਾਰੇ ਜਾਲ 'ਚ ਕਿਉਂ ਫਸੇ। ਮਛਲੀ ਵਿਸ਼ੁੰਨੀ ਨੈਣ ਰੁੰਨੀ, ਜਾਲ ਵਿਦਿਕ ਪਾਇਆ। ਵਿਦਿਕ ਤੋਂ ਭਾਵ ਸ਼ਿਕਾਰੀ। ਜਦੋਂ ਸ਼ਿਕਾਰੀ ਮਛਲੀ ਦੇ ਉੱਪਰ ਜਾਲ ਪਾ ਲੈਂਦਾ ਹੈ ਤਾਂ ਉਹ ਅੱਖਾਂ ਭਰ ਭਰ ਕੇ ਰੋਂਦੀ ਹੈ। ਹਾਲਾਂਕਿ ਉਸ ਤੋਂ ਪਹਿਲਾਂ ਤੱਕ, ਜਾਲ ਦੇ ਵਿੱਚ ਫਸਣ ਤੋਂ ਪਹਿਲਾਂ ਦੇ ਸਮੇਂ ਤੱਕ ਉਹ ਆਜ਼ਾਦ ਘੁੰਮਦੀ ਪਈ ਸੀ, ਉਹਨੂੰ ਕੋਈ ਫਿਕਰ ਫਾਕਾ ਨਹੀਂ ਸੀ। ਸੰਸਾਰ ਮਾਇਆ ਮੋਹ ਮਿੱਠਾ, ਅੰਤ ਭਰਮ ਚੁਕਾਇਆ। ਜਿਵੇਂ ਮੱਛੀ ਨੂੰ ਆਪਣੀ ਆਜ਼ਾਦੀ ਦੇ ਅਸਥਾਈ ਹੋਣ ਦਾ ਪਤਾ ਉਦੋਂ ਲੱਗਦਾ ਜਦੋਂ ਉਹਦੇ 'ਤੇ ਜਾਲ ਪੈ ਜਾਂਦਾ, ਉਸੇ ਪ੍ਰਕਾਰ ਹੀ ਇਹ ਸੰਸਾਰ ਮਾਇਆ ਦੇ ਮੋਹ 'ਚ, ਮਿੱਠੇ ਮੋਹ 'ਚ ਫਸਿਆ ਰਹਿੰਦਾ ਹੈ। ਪਰ ਅੰਤ ਵੇਲੇ ਇਹ ਭੁਲੇਖਾ ਦੂਰ ਜ਼ਰੂਰ ਹੋ ਜਾਂਦਾ ਹੈ। ਜਦੋਂ ਜ਼ਿੰਦਗੀ ਦੁੱਖਾਂ ਦੇ ਮੋਹ 'ਚ ਮੂੰਹ ਦੇ ਵਿੱਚ ਆਉਂਦੀ ਹੈ, ਜਦੋਂ ਜੀਵਨ ਦੇ ਵਿੱਚ ਅਜਿਹਾ ਸਮਾਂ ਆ ਜਾਂਦਾ ਕਿ ਮਾਇਕ ਪਦਾਰਥ ਵੀ ਸਾਥ ਛੱਡ ਜਾਂਦੇ ਨੇ, ਉਹ ਵੀ ਕਿਸੇ ਕੰਮ ਨਹੀਂ ਆਉਂਦੇ, ਫਿਰ ਬੰਦੇ ਦੀਆਂ ਅੱਖਾਂ ਖੁੱਲ੍ਹਦੀਆਂ ਨੇ। ਸੋ ਕੀਤਾ ਕੀ ਜਾਵੇ। ਗੁਰੂ ਸਾਹਿਬ ਕਹਿੰਦੇ, ਭਗਤ ਕਰ ਚਿੱਤ ਲਾਏ ਹਰਸਿਓ, ਛੋੜ ਮਨੋ ਅੰਦੇਸਿਆ। ਇਹ ਮੇਰੀ ਜਿੰਦੇ, ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਭਗਤੀ ਕਰ ਤੇ ਇਸ ਤਰ੍ਹਾਂ ਆਪਣੇ ਮਨ ਦੇ ਜੋ ਫਿਕਰ ਅੰਦੇਸ਼ੇ ਹਨ ਉਹਨਾਂ ਨੂੰ ਦੂਰ ਕਰ ਲੈ। ਅਸਲ ਦੇ ਵਿੱਚ ਅਸੀਂ ਹਰ ਵਰਤਾਰੇ ਦੇ ਨਾਲ, ਹਰ ਛੋਟੇ ਛੋਟੇ ਵਰਤਾਰੇ ਦੇ ਨਾਲ ਭਾਵਨਾਵਾਂ ਜੋੜੀਆਂ ਹੋਈਆਂ ਨੇ। ਕਈ ਵਾਰ ਉਹ ਭਾਵਨਾਵਾਂ ਬੜੀਆਂ ਉਜਾਗਰ ਹੁੰਦੀਆਂ ਨੇ ਤੇ ਕਈ ਵਾਰ ਬੜੀਆਂ ਮਹੀਨ ਜਿਹੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਚਤੰਨ ਤੌਰ 'ਤੇ ਸ਼ਾਇਦ ਅਸੀਂ ਵੀ ਨੋਟਿਸ ਨਹੀਂ ਕਰਦੇ, ਅਸੀਂ ਵੀ ਵੇਖ ਨਹੀਂ ਪਾਉਂਦੇ। ਪਰ ਸੱਚ ਇਹੀ ਹੈ ਕਿ ਹਰ ਛੋਟੇ ਛੋਟੇ ਵਰਤਾਰੇ ਦੇ ਨਾਲ ਸਾਡੀ ਭਾਵਨਾ ਜੁੜੀ ਹੈ ਤੇ ਉਸ ਵਰਤਾਰੇ ਨੂੰ ਅਸੀਂ ਉਸ ਭਾਵਨਾ ਦੇ ਪਰਦੇ ਰਾਹੀਂ ਹੀ ਵੇਖਦੇ ਹਾਂ। ਜਿੱਦਾਂ ਦੀ ਸਾਡੀ ਭਾਵਨਾ ਹੁੰਦੀ ਹੈ ਉਸੇ ਤਰ੍ਹਾਂ ਦਾ ਰੰਗ ਅਸੀਂ ਉਸ ਵਰਤਾਰੇ ਨੂੰ ਦੇ ਦਿੰਦੇ ਹਾਂ ਤੇ ਉਹਦੇ ਤੋਂ ਜੋ ਨਵੀਂ ਭਾਵਨਾ ਪੈਦਾ ਹੁੰਦੀ ਹੈ ਉਹ ਫਿਰ ਅਸੀਂ ਮਹਿਸੂਸ ਕਰਦੇ ਹਾਂ। ਉਹ ਭਾਵਨਾ ਜਾਂ ਦੁੱਖ ਦੀ ਹੋਏਗੀ ਜਾਂ ਖੁਸ਼ੀ ਦੀ ਹੋਏਗੀ। ਪਰ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਚਿੱਤ ਜੋੜ ਲਈਏ ਤਾਂ ਇਹ ਭਾਵਨਾਵਾਂ ਦੇ ਜਿਹੜੇ ਪਰਦੇ ਆ ਇਹ ਹਟ ਜਾਂਦੇ ਆ। ਅਸੀਂ ਹਰ ਵਰਤਾਰੇ ਨੂੰ ਨਿਰਪੱਖਤਾ ਦੇ ਨਾਲ ਵੇਖਦੇ ਹਾਂ। ਅਸਲ ਦੇ ਵਿੱਚ ਹੈ ਕੀ ਉਹ ਵੇਖਦੇ ਹਾਂ, ਉਹਨੂੰ ਕਿਸੇ ਭਾਵਨਾ ਦੀ ਰੰਗਤ ਨਹੀਂ ਦਿੰਦੇ। ਉਸ ਵਰਤਾਰੇ ਦਾ ਸਾਡੇ ਜੀਵਨ 'ਤੇ ਅਸਲ ਦੇ ਵਿੱਚ ਕੀ ਅਸਰ ਹੋ ਰਿਹਾ ਉਹ ਵੇਖਦੇ ਹਾਂ। ਛੋਟੀ ਜਿਹੀ ਉਦਾਹਰਨ ਲਓ। ਤੁਹਾਡੇ ਕੋਲ ਲੱਖ ਰੁਪਇਆ ਖਾਤੇ ਦੇ ਵਿੱਚ ਪਿਆ, ਬੈਂਕ 'ਚ ਪਿਆ ਜਾਂ ਕੈਸ਼ ਪਿਆ ਘਰੇ, ਤੁਹਾਡਾ ਵਰਤ ਸਕਦੇ ਹੋ ਤੁਸੀਂ ਉਹਨੂੰ। ਉੱਥੇ ਹੀ ਇੱਕ ਵਰਤਾਰਾ
ਵਾਪਰਦਾ ਹੈ, ਉਸ ਤੋਂ ਇਲਾਵਾ, ਉਸ ਲੱਖ ਰੁਪਏ ਤੋਂ ਇਲਾਵਾ ਤੁਹਾਡਾ 10,000 ਦਾ ਨੁਕਸਾਨ ਹੋ ਜਾਂਦਾ ਹੈ। ਹੁਣ ਜੇ ਤੇ ਤੁਸੀਂ ਇਹਨੂੰ ਜਿਵੇਂ ਵਰਤਾਰਾ ਹੈ ਉੱਦਾਂ ਵੇਖੋ ਅਤੇ ਉਹਦਾ ਆਪਣੇ ਜੀਵਨ 'ਤੇ ਅਸਰ ਵੇਖੋ, ਤਾਂ ਗੱਲ ਇਹ ਬਣਦੀ ਹੈ ਕਿ 10,000 ਦਾ ਨੁਕਸਾਨ ਹੋਇਆ, ਪਰ ਲੱਖ ਰੁਪਇਆ ਕੋਲ ਪਿਆ ਵੀ ਹੈ, ਉਹਦੇ ਨਾਲ ਜੀਵਨ ਅਸੀਂ ਬਿਤਾ ਸਕਦੇ ਹਾਂ। ਉਸ 10,000 ਦੇ ਨੁਕਸਾਨ ਦੇ ਨਾਲ ਅਸੀਂ ਕੋਈ ਭੁੱਖੇ ਨਹੀਂ ਮਰ ਚੱਲੇ, ਅਸੀਂ ਕੋਈ ਤਬਾਹ ਨਹੀਂ ਹੋ ਚੱਲੇ। ਉਹ ਜਿਹੜਾ ਲੱਖ ਪਿਆ ਉਹਦੇ ਨਾਲ ਕਾਫੀ ਲੰਬਾ ਸਮਾਂ ਜੀਵਨ ਜਿਉਇਆ ਜਾ ਸਕਦਾ, ਬਿਤਾਇਆ ਜਾ ਸਕਦਾ। ਪਰ ਕਿਉਂਕਿ ਅਸੀਂ ਇਸ ਵਰਤਾਰੇ ਨੂੰ ਅਸਲੀਅਤ ਦੇ ਵਿੱਚ ਵੇਖਣ ਦੀ ਬਜਾਏ ਨੁਕਸਾਨ ਦਾ ਜੋ ਪਰਦਾ ਸਾਡੀਆਂ ਅੱਖਾਂ ਅੱਗੇ ਪਿਆ, ਜੋ ਅਸੀਂ ਇਹ ਸੋਚਦੇ ਹਾਂ ਕਿ ਨੁਕਸਾਨ ਮਤਲਬ ਮਾੜਾ, ਇਸ ਪਰਦੇ ਦੇ ਰਾਹੀਂ ਜਦੋਂ ਅਸੀਂ ਇਹਨੂੰ ਵੇਖਦੇ ਹਾਂ ਤਾਂ ਉਹ 10,000 ਦਾ ਨੁਕਸਾਨ ਸਾਨੂੰ ਦੁੱਖ ਦੇ ਜਾਂਦਾ ਹੈ। ਨੁਕਸਾਨ ਦੇ ਨਾਲ ਅਸੀਂ ਮਾੜਾ ਵਰਤਾਰਾ ਦੀ ਭਾਵਨਾ ਜੋੜੀ ਹੈ, ਅਤੇ ਉਸ ਭਾਵਨਾ ਦੇ ਰਾਹੀਂ ਜਦੋਂ ਅਸੀਂ ਉਸ ਵਰਤਾਰੇ ਨੂੰ ਵੇਖਦੇ ਹਾਂ ਤਾਂ ਉਹਦੇ ਤੋਂ ਦੁੱਖ ਦੀ ਭਾਵਨਾ ਪੈਦਾ ਹੁੰਦੀ ਹੈ। ਕਿੱਥੇ ਜੇ ਸਾਡਾ ਚਿੱਤ ਪਰਮਾਤਮਾ ਨਾਲ ਜੁੜਿਆ ਹੋਵੇ ਅਤੇ ਅਸੀਂ ਕਹਾਂਗੇ ਕਿ 10,000 ਦਾ ਨੁਕਸਾਨ ਹੋ ਗਿਆ, ਪਰ ਲੱਖ ਰੁਪਇਆ ਕੋਲ ਪਿਆ ਨਹੀਂ ਹੈ। ਇਹ ਇੱਕ ਛੋਟੀ ਜਿਹੀ ਉਦਾਹਰਣ ਸੀ। ਇੱਦਾਂ ਦੀਆਂ ਬਥੇਰੀਆਂ ਹੀ ਗੱਲਾਂ, ਬਥੇਰੇ ਹੀ ਵਰਤਾਰੇ ਸਾਡੇ ਜੀਵਨ 'ਚ ਵਾਪਰਦੇ ਹੈ, ਜਿਨ੍ਹਾਂ ਨੂੰ ਅਸੀਂ ਕਿਸੇ ਨਾ ਕਿਸੇ ਪਰਦੇ ਰਾਹੀਂ ਵੇਖ ਕੇ ਜਾਂ ਤਾਂ ਉਸ ਵਰਤਾਰੇ ਬਾਰੇ ਖੁਸ਼ ਹੋ ਲੈਂਦੇ ਹਾਂ ਜਾਂ ਦੁਖੀ ਹੋ ਲੈਂਦੇ ਹਾਂ, ਪਰ ਅਸਲ ਦੇ ਵਿੱਚ ਉਹਨੂੰ ਜੋ ਹੈ ਉਵੇਂ ਨਹੀਂ ਵੇਖਦੇ, ਸਿਰਫ ਉਵੇਂ ਨਹੀਂ ਵੇਖਦੇ। ਇਹੀ ਫਿਕਰ ਅੰਦੇਸ਼ੇ ਜਿਹੜੇ ਸਾਡੇ ਦੂਰ ਹੋ ਜਾਂਦੇ ਆ ਜਦ ਪ੍ਰਮਾਤਮਾ ਦੀ ਭਗਤੀ ਕਰਦੇ ਹਾਂ, ਪ੍ਰਮਾਤਮਾ ਨਾਲ ਚਿੱਤ ਜੋੜਦੇ ਹਾਂ, ਜਦੋਂ ਅਸੀਂ ਇਹ ਸਮਝਣ ਲੱਗਦੇ ਹਾਂ ਕਿ ਇਹ ਮਾਇਆ ਉਸ ਪ੍ਰਮਾਤਮਾ ਨੇ ਬਣਾਈ ਹੈ, ਅਸੀਂ ਮਾਇਆ ਨੂੰ ਛੱਡ ਕੇ ਉਸ ਪ੍ਰਮਾਤਮਾ ਦੇ ਨਾਲ ਹੀ ਚਿੱਤ ਜੋੜ ਲਈਏ, ਉਹਦੇ ਨਾਲ ਹੀ ਨਾਤਾ ਜੋੜ ਲਈਏ। ਸੱਚ ਕਹੈ ਨਾਨਕ ਜੇ ਧਰੇ ਮਨ, ਜੀ ਅੜਿਆ ਪਰਦੇਸੀਆ। ਨਾਨਕ ਆਖਦਾ ਹੈ, ਹੇ ਮੇਰੇ ਪਰਦੇਸੀ ਜੀਓੜੇ, ਹੇ ਮੇਰੇ ਮਨ, ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਸਿਮਰ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਜਦੋਂ ਕੋਈ ਵਹਿਣ ਨਦੀ ਨਾਲੋਂ ਵਿਛੜ ਜਾਂਦਾ ਹੈ ਤਾਂ ਵਾਪਸ ਤੋਂ ਉਸ ਵਹਿਣ ਦਾ ਉਸੇ ਨਦੀ ਦੇ ਨਾਲ ਮੇਲ ਸੰਜੋਗਾਂ ਨਾਲ ਹੀ ਹੁੰਦਾ ਹੈ। ਅਤੇ ਇਸੇ ਤਰ੍ਹਾਂ ਹੀ ਮਾਇਆ ਦੇ ਮੋਹ 'ਚ ਫਸ ਕੇ ਜਦੋਂ ਜੀਵ ਪਰਮਾਤਮਾ ਨਾਲੋਂ ਦੂਰ ਹੋ ਜਾਂਦਾ ਅਤੇ ਵਾਪਸ ਪਰਮਾਤਮਾ ਦੇ ਨਾਲ ਮੇਲ ਉਹਦਾ ਵੀ ਸੰਜੋਗਾਂ ਵਾਸੀ ਹੁੰਦਾ ਹੈ। ਜੁਗ ਜੁਗ ਮੀਠਾ ਵਿਸ ਭਰੇ, ਕੋ ਜਾਣੈ ਜੋਗੀ ਰਾਮ। ਅਤੇ ਜਿਹੜਾ ਕੋਈ ਵਿਰਲਾ ਮਨੁੱਖ ਪ੍ਰਭੂ ਚਰਨਾਂ 'ਚ ਜੁੜਦਾ ਹੈ, ਉਹ ਸਮਝ ਲੈਂਦਾ ਕਿ ਮਾਇਆ ਦਾ ਮੋਹ ਹੈਗਾ ਤਾਂ ਮਿੱਠਾ, ਪਰ ਇਹਦੇ ਅੰਦਰ ਜ਼ਹਿਰ ਹੈ। ਇੱਕ ਵਾਰ ਤੇ ਮਿੱਠਾ ਲੱਗਦਾ ਹੈ, ਪਰ ਬਾਅਦ ਦੇ ਵਿੱਚ ਸਾਨੂੰ ਦੁਖੀ ਕਰਦਾ ਹੈ, ਸਾਨੂੰ ਆਤਮਕ ਮੌਤੇ ਮਾਰ ਦਿੰਦਾ ਹੈ। ਬੜੇ ਫੈਸਲੇ ਅਸੀਂ ਆਪਣੇ ਜੀਵਨ 'ਚ ਇੰਝ ਦੇ ਲੈ ਬੈਠਦੇ ਹਾਂ ਜਿਨ੍ਹਾਂ ਨੂੰ ਲੈਣ ਦੀ ਲੋੜ ਨਹੀਂ ਹੁੰਦੀ। ਖਾਸ ਕਰਕੇ ਜਦੋਂ ਚੀਜ਼ਾਂ ਵਸਤਾਂ ਨੂੰ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਬਥੇਰੀਆਂ ਚੀਜ਼ਾਂ ਅਸੀਂ ਸਿਰਫ ਇਸੇ ਕਰਕੇ ਲੈ ਲੈਂਦੇ ਹਾਂ ਕਿ ਚੰਗੀਆਂ ਲੱਗਦੀਆਂ ਨੇ ਜਾਂ ਫਲਾਣੇ ਨੇ ਲਈ ਆ, ਆਪਾਂ ਵੀ ਲੈ ਲਈਏ। ਪਰ ਬਾਅਦ ਦੇ ਵਿੱਚ ਜਦੋਂ ਕੋਈ ਅਜਿਹੀ ਲੋੜ ਪੈ ਜਾਵੇ ਜੀਵਨ ਦੇ ਵਿੱਚ ਕਿ ਜਿਹੜੇ ਪੈਸੇ ਉਸ ਚੀਜ਼ 'ਤੇ ਖਰਚ ਦਿੱਤੇ ਉਹ ਸ਼ਾਇਦ ਹੁਣ ਕੰਮ ਆ ਜਾਣੀ ਸੀ, ਜਾਂ ਕਈ ਵਾਰ ਜੇ ਉਹ ਚੀਜ਼ ਕਿਸ਼ਤਾਂ 'ਤੇ ਲਈ ਹੋਵੇ ਅਤੇ ਫਿਰ ਜਦੋਂ ਕਿਸ਼ਤਾਂ ਉਤਾਰਨੀਆਂ ਪੈਂਦੀਆਂ ਨੇ, ਉਹਨਾਂ ਵੇਲਿਆਂ ਦੇ ਵਿੱਚ ਜਦੋਂ ਲਈ ਸੀ ਉਦੋਂ ਮਿੱਠੀ ਮਿੱਠੀ ਲੱਗਦੀ ਸੀ, ਪਰ ਹੁਣ ਉਸੇ ਮਿਠਾਸ ਦੇ ਹੇਠਲੀ ਜਿਹੜੀ ਜ਼ਹਿਰ ਹੈ ਉਹ ਸਾਡੇ ਸਾਹਮਣੇ ਆਉਣ ਲੱਗਦੀ ਹੈ। ਸੋ ਭਵਿੱਖ ਦੇ ਵਿੱਚ ਜੀਵਨ ਦੇ ਕੋਈ ਵੀ ਫੈਸਲੇ ਨੂੰ ਲੈਣ ਤੋਂ ਪਹਿਲਾਂ ਯਾਦ ਰੱਖੀਏ ਕਿ ਜੁਗ ਜੁਗ ਮੀਠਾ ਵਿਸ ਭਰੇ, ਕੋ ਜਾਣੈ ਜੋਗੀ ਰਾਮ। ਕਿ ਮਾਇਆ ਦਾ ਮੋਹ ਉੱਪਰੋਂ ਉੱਪਰੋਂ ਹੀ ਮਿੱਠਾ ਲੱਗਦਾ ਹੈ, ਅੰਦਰੋਂ ਜ਼ਹਿਰ ਭਰਿਆ। ਕੋਈ ਸਹਿਜ ਜਾਣੈ ਹਰ ਪਛਾਣੈ, ਸਤਿਗੁਰੂ ਜਿਨ ਚੇਤਿਆ। ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਸਹਿਜ ਅਵਸਥਾ ਨੂੰ ਜਾਣਦਾ ਹੈ, ਆਤਮਕ ਅਡੋਲਤਾ ਦੇ ਵਿੱਚ ਟਿਕਦਾ ਹੈ, ਅਸਲੀਅਤ ਨੂੰ ਸਮਝਦਾ ਹੈ ਅਤੇ ਪ੍ਰਮਾਤਮਾ ਨਾਲ ਸਾਂਝ ਪਾਉਂਦਾ ਹੈ। ਬਿਨ ਨਾਮ ਹਰ ਕੇ ਭਰਮ ਭੂਲੇ, ਪਚੈ ਮੁਗਧ ਅਚੇਤਿਆ। ਪ੍ਰਭੂ ਦੇ ਨਾਮ ਤੋਂ ਬਿਨਾਂ ਮਾਇਆ ਦੇ ਮੋਹ ਦੀ ਭਟਕਣਾ ਦੇ ਵਿੱਚ ਕੁਰਾਹੇ ਪੈ ਕੇ ਅਨੇਕਾਂ ਮੂਰਖ ਗਾਫਲ ਜੀਵ ਖੁਆਰ ਹੁੰਦੇ ਹਨ। ਹਰ ਨਾਮ ਭਗਤ ਨਾ ਹਿਰਦੈ ਸਾਚਾ, ਸੇ ਅੰਤ ਤਾਹੀਂ
ਰੁੰਨੇ ਹਾਂ। ਜਿਹੜੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਪ੍ਰਭੂ ਦੀ ਭਗਤੀ ਨਹੀਂ ਕਰਦੇ, ਆਪਣੇ ਹਿਰਦੇ ਵਿੱਚ ਸਦਾ ਥਿਰ ਪ੍ਰਭੂ ਨੂੰ ਨਹੀਂ ਵਸਾਉਂਦੇ, ਉਹ ਆਖਰ ਧਾਹਾਂ ਮਾਰ ਮਾਰ ਕੇ ਰੋਂਦੇ ਨੇ। ਸੱਚ ਕਹੈ ਨਾਨਕ ਸ਼ਬਦ ਸੱਚ, ਮੇਲ ਚਿਰੀ ਵਿਸ਼ੁੰਨਿਆ। ਨਾਨਕ ਆਖਦਾ ਹੈ, ਸਦਾ ਥਿਰ ਪ੍ਰਭੂ ਆਪਣੀ ਸਿਫਤ ਸਲਾਹ ਦੇ ਸ਼ਬਦ ਵਿੱਚ ਜੋੜ ਕੇ ਚਿਰਾਂ ਤੋਂ ਵਿਛੜੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਤੇ ਇਹ ਸੰਜੋਗਾਂ ਵਸ ਹੁੰਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਸਾ ਮਹਿਲਾ ਤੀਜਾ, ਸ਼ੰਤ ਘਰ ਪਹਿਲਾ। ਰਾਗ ਆਸਾ ਦੇ ਵਿੱਚ ਸ਼ੰਤ ਦੇ ਅਧਿਆਏ ਦੇ ਵਿੱਚ ਹੁਣ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਸ਼ੁਰੂਆਤ ਹੁੰਦੀ ਹੈ। ਹਮ ਘਰੇ ਸਾਚਾ ਸੋਹਿਲਾ, ਸਾਚਾ ਸ਼ਬਦ ਸੁਹਾਇਆ ਰਾਮ, ਧਨ ਪਿਰ ਮੇਲ ਭਇਆ, ਪ੍ਰਭ ਆਪ ਮਿਲਾਇਆ ਰਾਮ। हे ਸਖੀ, ਮੇਰੇ ਹਿਰਦੇ ਘਰ ਵਿੱਚ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਹੋ ਰਿਹਾ ਹੈ। ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਗੁਰੂ ਸ਼ਬਦ ਨੇ ਮੇਰੇ ਹਿਰਦੇ ਘਰ ਨੂੰ ਸੋਹਣਾ ਬਣਾ ਦਿੱਤਾ ਹੈ। ਜਿਸ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮਿਲਾਪ ਹੁੰਦਾ ਹੈ, ਇਹ ਮਿਲਾਪ ਉਸੇ ਦਾ ਹੁੰਦਾ ਹੈ ਜਿਹਨੂੰ ਪ੍ਰਭੂ ਆਪ ਆਪਣੇ ਚਰਨਾਂ ਦੇ ਵਿੱਚ ਜੋੜਦਾ ਹੈ। ਪ੍ਰਭ ਆਪ ਮਿਲਾਇਆ ਰਾਮ, ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ, ਕਾਮਣ ਸਹਿਜੇ ਮਾਤੀ। ਜਿਸ ਜੀਵ ਇਸਤਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਦੇ ਵਿੱਚ ਜੁੜ ਲਿਆ, ਸਦਾ ਥਿਰ ਪ੍ਰਭੂ ਉਹਦੇ ਮਨ ਵਿੱਚ ਵਸ ਜਾਂਦਾ ਹੈ। ਉਹ ਜੀਵ ਇਸਤਰੀ ਸਹਿਜੇ ਮਾਤੀ, ਆਤਮਕ ਅਟੋਲਤਾ ਦੇ ਵਿੱਚ, ਸਹਿਜਤਾ ਦੇ ਵਿੱਚ ਮਗਨ ਹੋ ਜਾਂਦੀ ਹੈ। ਗੁਰ ਸ਼ਬਦ ਸ਼ਿੰਗਾਰੀ ਸੱਚ ਸਵਾਰੀ, ਸਦਾ ਰਾਵੇ ਰੰਗ ਰਾਤੀ। ਗੁਰੂ ਦੇ ਸ਼ਬਦ ਨੇ ਉਸ ਜੀਵ ਇਸਤਰੀ ਦੇ ਜੀਵਨ ਨੂੰ ਸ਼ਿੰਗਾਰ ਦਿੱਤਾ। ਸਦਾ ਥਿਰ ਹਰੀ ਨਾਮ ਨੇ ਉਹਦੇ ਜੀਵਨ ਨੂੰ ਸੋਹਣਾ ਬਣਾ ਦਿੱਤਾ ਤੇ ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਸਦਾ ਹੀ ਪ੍ਰਭੂ ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਹੈ। ਆਪ ਗਵਾਏ ਹਰ ਵਰ ਪਾਈ, ਤਾਂ ਹਰ ਰਸ ਮਨ ਵਸਾਇਆ। ਪ੍ਰਭੂ ਦੀ ਸਿਫਤ ਸਲਾਹ ਦਾ ਰਸ ਮਨ ਦੇ ਵਿੱਚ ਤਦ ਵਸਦਾ ਹੈ ਜਦੋਂ ਅਸੀਂ ਆਪਣਾ ਆਪਾ ਭਾਵ ਅੰਦਰੋਂ ਗਵਾ ਲਈਏ ਤੇ ਪ੍ਰਭੂ ਪਤੀ ਨੂੰ ਲੱਭ ਲਈਏ। ਹਰ ਵਰ ਪਾਈ ਕਹੋ ਨਾਨਕ ਗੁਰ ਸ਼ਬਦ ਸਵਾਰੀ, ਸਫਲਿਓ ਜਨਮ ਸਬਾਇਆ। हे ਨਾਨਕ, ਇਹ ਆਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਜੀਵ ਇਸਤਰੀ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹਦੀ ਸਾਰੀ ਜ਼ਿੰਦਗੀ ਹੀ ਕਾਮਯਾਬ ਹੋ ਜਾਂਦੀ ਹੈ। ਦੂਜੜਾ ਕਾਮਣ ਭਰਮ ਭੁੱਲੀ, ਹਰ ਵਰ ਨਾ ਪਾਏ ਰਾਮ, ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ ਰਾਮ। ਜੋ ਦੂਜੇ ਭਾਵ ਜਾਣੀ ਕਿ ਪ੍ਰਭੂ ਨੂੰ ਛੱਡ ਕੇ ਮਾਇਆ ਦੇ ਮੋਹ ਦੇ ਵਿੱਚ ਲੱਗੀ ਹੋਈ ਜੀਵ ਇਸਤਰੀ ਹੈ, ਉਹ ਭਰਮ ਭੁੱਲੀ ਹੈ, ਅਸਲ ਦੇ ਵਿੱਚ ਭੁਲੇਖੇ ਦੇ ਵਿੱਚ ਹੈ, ਡਿਲਿਊਜ਼ਨ ਦੇ ਵਿੱਚ ਹੈ। ਉਹਨੂੰ ਪ੍ਰਭੂ ਪਤੀ ਦਾ ਮਿਲਾਪ ਹਾਸਲ ਨਹੀਂ ਹੁੰਦਾ। ਉਹ ਗੁਣਹੀਣ ਹੈ, ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੀ ਹੈ। ਬਿਰਥਾ ਜਨਮ ਗਵਾਏ ਮਨਮੁਖ ਇਆਣੀ, ਔਗੁਣਵੰਤੀ ਝੂਰੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਅਣਜਾਣ ਜੀਵ ਇਸਤਰੀ ਆਪਣਾ ਜਨਮ ਵਿਅਰਥ ਗਵਾਉਂਦੀ ਹੈ ਤੇ ਔਗੁਣਾਂ ਦੇ ਕਾਰਨ ਝੂਰਦੀ ਹੈ। ਜੋ ਫਿਕਰ, ਜੋ ਝੋਰੇ ਸਾਡੇ ਜੀਵਨ ਦਾ ਹਿੱਸਾ ਬਣਦੇ ਹਨ, ਸਾਡੇ ਔਗੁਣਾਂ ਕਰਕੇ। ਅਸਲੀਅਤ ਨੂੰ ਨਾ ਵੇਖ ਪਾਉਣਾ ਇੱਕ ਔਗਣ ਹੈ ਤੇ ਇਹਦੇ ਚੋਂ ਹੀ ਸਾਡੇ ਬਹੁਤ ਸਾਰੇ ਝੋਰੇ ਤੇ ਫਿਕਰ ਜੋ ਹਨ ਉਹ ਪੈਦਾ ਹੁੰਦੇ ਹਨ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਭਰਮ ਭੁੱਲੀ, ਭੁਲੇਖੇ ਦੇ ਵਿੱਚ ਪਈ ਹੋਈ ਜੀਵ ਇਸਤਰੀ। ਭੁਲੇਖਾ ਕੀ ਹੈ? ਭੁਲੇਖਾ ਇਹੀ ਹੈ, ਅਸੀਂ ਜੋ ਸੋਚਦੇ ਹਾਂ ਕਿ ਆਹ ਮਿਲ ਜਾਏ ਖੁਸ਼ ਹੋ ਜਾਵਾਂਗੇ, ਉਹ ਕੰਮ ਹੋ ਜਾਏ ਖੁਸ਼ ਹੋ ਜਾਵਾਂਗੇ, ਪਰ ਖੁਸ਼ ਹੋ ਨਹੀਂ ਪਾਉਂਦੇ। ਜਿਸ ਚੀਜ਼ ਦੀ ਚਾਹਤ ਸੀ ਉਹ ਮਿਲ ਵੀ ਜਾਂਦੀ ਹੈ ਪਰ ਖੁਸ਼ ਨਹੀਂ ਹੁੰਦੇ। ਜਿਸ ਕੰਮ ਦੇ ਬਣਨ ਦੀ ਜਾਂ ਨੇਪਰੇ ਚੜ੍ਹਨ ਦੀ ਉਮੀਦ ਸੀ, ਉਡੀਕ ਸੀ, ਉਹ ਵੀ ਹੋ ਜਾਂਦਾ ਪਰ ਖੁਸ਼ ਸੀ ਤਾਂ ਵੀ ਨਹੀਂ ਹੁੰਦੇ। ਤਾਂ ਇਹ ਭੁਲੇਖਾ ਹੀ ਹੋਇਆ ਜੋ ਅਸੀਂ ਇਹ ਸੋਚਦੇ ਹਾਂ ਕਿ ਉਹ ਹੋ ਜਾਏ ਤਾਂ ਖੁਸ਼ ਹੋ ਜਾਵਾਂਗੇ, ਉਹ ਹੋ ਜਾਏ ਤੇ ਖੁਸ਼ ਹੋ ਜਾਵਾਂਗੇ। ਇਹ ਭੁਲੇਖਾ ਹੈ, ਭਰਮ ਹੈ ਤੇ ਆਪਣੇ ਔਗੁਣਾਂ ਕਰਕੇ ਅਸੀਂ ਇਸ ਭਰਮ 'ਚ ਫਸੇ ਰਹਿੰਦੇ ਹਾਂ। ਪ੍ਰਮਾਤਮਾ ਦੀ ਜਦ ਮਿਹਰ ਹੋਏਗੀ ਤਾਂ ਇਹਨਾਂ ਔਗੁਣਾਂ 'ਚੋਂ ਬਾਹਰ ਆਵਾਂਗੇ, ਇਹਨਾਂ ਭਰਮਾਂ ਭੁਲੇਖਿਆਂ ਦੇ ਵਿੱਚੋਂ ਬਾਹਰ ਆਵਾਂਗੇ। ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ, ਤਾਂ ਪਿਰ ਮਿਲਿਆ ਹਦੂਰੇ।
ਜਦੋਂ ਜੀਵ ਇਸਤਰੀ ਆਪਣੇ ਗੁਰੂ ਦੀ ਸੇਵਾ ਕਰਦੀ ਹੈ, ਗੁਰੂ ਦੀਆਂ ਦੱਸੀਆਂ ਸਿੱਖਿਆਵਾਂ ਦੇ ਉੱਪਰ ਚੱਲਦੀ ਹੈ, ਉਹ ਸਦਾ ਹੀ ਸੁੱਖ ਦੀ ਪ੍ਰਾਪਤੀ ਕਰਦੀ ਹੈ, ਸਦਾ ਆਨੰਦਿਤ ਰਹਿੰਦੀ ਹੈ ਅਤੇ ਆਪਣੇ ਪ੍ਰਭੂ ਪਤੀ ਨੂੰ ਆਪਣੇ ਅੰਗ ਸੰਗ ਵਸਦਾ ਮਹਿਸੂਸ ਕਰਦੀ ਹੈ। ਦੇਖ ਪਿਰ ਵਿਗਸੀ ਅੰਦਰੋਂ ਸਰਸੀ, ਸੱਚਾ ਸ਼ਬਦ ਸੁਭਾਏ। ਸਰਸੀ ਤੋਂ ਭਾਵ ਆਨੰਦਿਤ ਹੋ ਜਾਣਾ। ਆਪਣੇ ਪ੍ਰਭੂ ਪਤੀ ਨੂੰ ਅੰਗ ਸੰਗ ਵਸਦਾ ਵੇਖ ਕੇ ਉਹ ਵਿਗਸ ਜਾਂਦੀ ਹੈ, ਖੁਸ਼ ਹੋ ਜਾਂਦੀ ਹੈ। ਅੰਦਰੋਂ ਸਰਸੀ, ਅੰਦਰੋਂ ਆਨੰਦਿਤ ਹੋ ਜਾਂਦੀ ਹੈ। ਉਹ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਗੁਰ ਸ਼ਬਦ ਵਿੱਚ, ਪ੍ਰਭੂ ਪ੍ਰੇਮ ਵਿੱਚ ਲੀਨ ਹੋ ਜਾਂਦੀ ਹੈ। ਨਾਨਕ ਵਿਣ ਨਾਵੈ ਕਾਮਣ ਭਰਮ ਭੁਲਾਣੀ, ਮਿਲ ਪ੍ਰੀਤਮ ਸੁਖ ਪਾਈ। ਹੇ ਨਾਨਕ, ਸੱਚ ਇਹੀ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਜੋ ਜੀਵ ਇਸਤਰੀ ਹੈ ਉਹ ਭਰਮ ਭੁਲੇਖਿਆਂ ਦੇ ਵਿੱਚ ਪਈ ਰਹਿੰਦੀ ਹੈ, ਅਤੇ ਜਦ ਪ੍ਰਭੂ ਨੂੰ ਮਿਲ ਪੈਂਦੀ ਹੈ ਤਾਂ ਸੁੱਖ ਦੀ ਪ੍ਰਾਪਤੀ ਕਰਦੀ ਹੈ। ਪਿਰ ਸੰਗ ਕਾਮਣ ਜਾਣਿਆ, ਗੁਰ ਮੇਲ ਮਿਲਾਈ ਰਾਮ। ਅੰਤਰ ਸ਼ਬਦ ਮਿਲੀ ਸਹਿਜੇ, ਤਪਤ ਬੁਝਾਈ ਰਾਮ। ਹੇ ਸਖੀ, ਜਿਸ ਜੀਵ ਇਸਤਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿੱਚ ਜੋੜ ਦਿੱਤਾ, ਉਸਨੇ ਪ੍ਰਭੂ ਪਤੀ ਨੂੰ ਆਪਣੇ ਅੰਗ ਸੰਗ ਵਸਦਾ ਪਛਾਣ ਲਿਆ। ਉਹ ਅੰਤਰਾਤਮੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਨਾਲ ਇੱਕ ਮਿੱਕ ਹੋ ਗਈ, ਆਤਮਿਕ ਅਡੋਲਤਾ ਦੇ ਵਿੱਚ ਟਿਕ ਗਈ ਅਤੇ ਉਹਦੇ ਅੰਦਰੋਂ ਵਿਕਾਰਾਂ ਦੀ ਜੋ ਤਪਸ਼ ਸੀ ਉਹ ਬੁਝ ਗਈ। ਇਹ ਤਪਸ਼ ਕੀ ਹੈ? ਸਾਡੇ ਅੰਦਰ ਸਦਾ ਰਹਿੰਦੀ ਹੈ। ਅਸੀਂ ਕਦੇ ਵੀ ਕਿਸੇ ਵੀ ਹਾਲਾਤ ਦੇ ਵਿੱਚ ਹੋਈਏ, ਅਸੀਂ ਖੁਸ਼ ਨਹੀਂ। ਅਸੀਂ ਆਪਣੇ ਆਸ-ਪਾਸ ਜਾਂ ਆਪਣੇ ਜੀਵਨ ਦੇ ਵਿੱਚ ਸਦਾ ਉਹ ਚੀਜ਼ਾਂ ਲੱਭਦੇ ਰਹਿੰਦੇ ਹਾਂ ਜਿਹੜੀਆਂ ਨੂੰ ਇੰਪਰੂਵ ਕਰਨ ਦੀ ਲੋੜ ਹੈ, ਠੀਕ ਕਰਨ ਦੀ ਲੋੜ ਹੈ। ਅਸਲ ਦੇ ਵਿੱਚ ਸਾਡੀ ਜੋ ਇਹ ਵਿਰਤੀ ਇੱਦਾਂ ਦੀ ਬਣੀ ਹੋਈ ਹੈ ਕਿ ਅਸੀਂ ਖੁਸ਼ ਰਹਿ ਹੀ ਨਹੀਂ ਸਕਦੇ। ਇਸ ਵਿਰਤੀ ਦੇ ਕਾਰਨ ਅਸੀਂ ਇਹ ਕਹਿ ਸਕਦੇ ਹਾਂ ਕਿ ਦੁੱਖ ਦੇਣ ਵਾਲੀਆਂ ਚੀਜ਼ਾਂ ਤੇ ਅਸੀਂ ਆਪਣੇ ਜੀਵਨ 'ਚੋਂ ਚੁਣ ਚੁਣ ਕੇ ਲੱਭਦੇ ਹਾਂ। ਮੰਨ ਲਓ ਕਿਸੇ ਕੰਮ 'ਤੇ ਲੱਗੇ ਹਾਂ, ਕੰਮ ਤੋਂ ਭਾਵ ਕਿ ਕਿਸੇ ਕਾਰਜ ਨੂੰ ਨੇਪਰੇ ਚੜ੍ਹਨ ਦੇ ਵਿੱਚ ਲੱਗੇ ਹਾਂ, ਉਹ ਚੜ੍ਹ ਗਿਆ, ਉਹ ਕੰਪਲੀਟ ਹੋ ਗਿਆ, ਸੰਪੂਰਨ ਹੋ ਗਿਆ, ਅਤੇ ਇਹ ਤਾਂ ਨਹੀਂ ਵੀ ਉਸ ਤੋਂ ਬਾਅਦ ਅਸੀਂ ਚੈਨ ਨਾਲ ਟਿਕ ਕੇ ਬੈਠ ਜਾਈਏ, ਆਨੰਦ ਮਹਿਸੂਸ ਕਰੀਏ। ਨਹੀਂ, ਫਿਰ ਅਸੀਂ ਕੁਝ ਹੋਰ ਲੱਭਾਂਗੇ ਕਿ ਚਲੋ ਇਹ ਤਾਂ ਹੋ ਗਿਆ, ਹੁਣ ਆਹ ਕਰ ਲਈਏ, ਉਹ ਨਹੀਂ ਠੀਕ, ਉਹਨੂੰ ਠੀਕ ਕਰ ਲਈਏ। ਜ਼ਿੰਦਗੀ ਦੇ ਇਸ ਹਿੱਸੇ 'ਚ ਥੋੜ੍ਹੀ ਜਿਹੀ ਕਮੀ ਆ, ਆਓ ਇਸ ਕਮੀ ਨੂੰ ਪੂਰੀ ਕਰੀਏ। ਅਸੀਂ ਇਸੇ ਚੱਕਰ 'ਚ ਲੱਗੇ ਹੀ ਰਹਿੰਦੇ ਹਾਂ, ਲੱਗੇ ਹੀ ਰਹਿੰਦੇ ਹਾਂ। ਜੇ ਕਹਿ ਲਈਏ ਨਾ ਕਿ ਸਾਡੀ ਜ਼ਿੰਦਗੀ ਇੱਕ ਮਸ਼ੀਨਰੀ ਹੈ ਅਤੇ ਅਸੀਂ ਕੀ ਕਰ ਰਹੇ ਹਾਂ, ਉਸ ਮਸ਼ੀਨਰੀ ਨੂੰ ਠੀਕ ਕਰਨ ਦੀ ਕੋਸ਼ਿਸ਼, ਅਤੇ ਕੋਸ਼ਿਸ਼ ਲਗਾਤਾਰ ਜਾਰੀ ਹੈ। ਇੱਕ ਪੁਰਜਾ ਠੀਕ ਕਰਦੇ ਹਾਂ, ਫਿਰ ਅਸੀਂ ਦੂਜਾ ਲੱਭ ਲੈਂਦੇ ਹਾਂ ਕਿ ਇਹਨੂੰ ਠੀਕ ਕਰ ਲਈਏ, ਹੁਣ ਉਹਨੂੰ ਠੀਕ ਕਰ ਲਈਏ, ਹੁਣ ਜਿਹੜਾ ਪਹਿਲਾਂ ਠੀਕ ਕੀਤਾ ਸੀ ਉਹ ਫਿਰ ਵਿਗੜ ਗਿਆ, ਉਸੇ ਨੂੰ ਠੀਕ ਫਿਰ ਕਰ ਲਈਏ। ਇਸ ਚੱਕਰ 'ਚ ਲੱਗੇ ਰਹਿੰਦੇ ਹਾਂ। ਇਹੀ ਤਪਸ਼ ਹੈ, ਇਹ ਸਾਡੇ ਅੰਦਰ ਇਹ ਤਪਸ਼ ਹੈ ਜਿਹੜੀ ਸਾਨੂੰ ਟਿਕ ਕੇ ਨਹੀਂ ਬੈਠਣ ਦਿੰਦੀ। ਇਸ ਤਪਸ਼ ਦੇ ਕਾਰਨ ਅਸੀਂ ਸੰਤੁਸ਼ਟ ਜੇ ਨਹੀਂ ਹੋ ਪਾਉਂਦੇ। ਪਰ ਜਦੋਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਹੁਣ ਸਾਨੂੰ ਦੇਖੋ ਬਾਣੀ ਪੜ੍ਹੀ ਤਾਂ ਸਾਨੂੰ ਇਸ ਗੱਲ ਬਾਰੇ ਪਤਾ ਲੱਗਿਆ ਕਿ ਸਾਡੇ ਅੰਦਰ ਇਹ ਤਪਸ਼ ਹੈ। ਹੁਣ ਜਦੋਂ ਪਤਾ ਲੱਗ ਗਿਆ ਤਾਂ ਇਸ ਤਪਸ਼ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਾਂਗੇ। ਅਤੇ ਇਹੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਅਸੀਂ ਪ੍ਰਭੂ ਨਾਲ ਇੱਕ ਮਿੱਕ ਹੋ ਜਾਂਦੇ ਹਾਂ, ਆਤਮਿਕ ਅਡੋਲਤਾ ਸਾਡੇ 'ਚ ਆਉਂਦੀ ਹੈ ਅਤੇ ਇਹ ਤਪਸ਼ ਜਿਹੜੀ ਆ ਉਹ ਬੁਝਦੀ ਹੈ। ਅੰਤਰ ਸ਼ਬਦ ਮਿਲੀ ਸਹਿਜੇ, ਤਪਤ ਬੁਝਾਈ ਰਾਮ। ਸ਼ਬਦ ਤਪਤ ਬੁਝਾਈ, ਅੰਤਰ ਸ਼ਾਂਤ ਆਈ, ਸਹਿਜੇ ਹਰ ਰਸ ਚਾਖਿਆ। ਜਦੋਂ ਗੁਰੂ ਦੇ ਸ਼ਬਦ ਨੇ ਸਾਡੇ ਅੰਦਰਲੀ ਇਹ ਤਪਸ਼ ਬੁਝਾਤੀ, ਸਾਡੇ ਅੰਦਰ ਸ਼ਾਂਤੀ ਆ ਗਈ, ਤਾਂ ਅਸੀਂ ਸਹਿਜੇ ਹੀ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦਾ ਜੋ ਰਸ ਹੈ ਉਹ ਚੱਖ ਲੈਂਦੇ ਹਾਂ। ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ, ਸੱਚਾ ਸ਼ਬਦ ਸੁਪਾਖਿਆ। ਫਿਰ ਅਸੀਂ ਆਪਣੇ ਪ੍ਰਭੂ ਪਤੀ ਨੂੰ ਮਿਲ ਕੇ ਸਦਾ ਉਹਦੇ ਮਿਲਾਪ ਦਾ, ਉਹਦੇ ਪ੍ਰੇਮ ਦਾ ਰੰਗ ਮਾਣਦੇ ਹਾਂ। ਸੱਚੇ ਸ਼ਬਦ ਦੇ ਵਿੱਚ ਜੁੜ ਕੇ ਸਾਡੀ ਜੋ ਬੋਲ ਬਾਣੀ ਆ ਉਹ ਵੀ ਮਿੱਠੀ ਹੋ ਜਾਂਦੀ ਹੈ। ਪੜ੍ਹ ਪੜ੍ਹ ਪੰਡਤ ਮੋਨੀ ਥਾਕੇ, ਭੇਖੀ ਮੁਕਤ ਨਾ ਪਾਈ। ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ ਪੰਡਤ ਥੱਕ ਗਏ, ਮੋਨੀ ਸਾਧੂ ਜੋ ਹਨ ਉਹ ਮੌਨ ਧਾਰ ਕੇ, ਧਿਆਨ ਲਗਾ ਲਗਾ ਕੇ ਥੱਕ ਗਏ, ਪਰ ਉਹ ਸਾਰੇ ਭੇਖ ਹੀ ਕਰ ਰਹੇ ਸੀ, ਉਹਨਾਂ 'ਚੋਂ ਮੁਕਤੀ ਕਿਸੇ ਨੇ ਨਹੀਂ ਪਾਈ। ਇੰਨਾ ਸਭ ਕੁਝ ਕਰਕੇ ਵੀ ਜੁੜੇ ਉਹ
ਮਾਇਆ 'ਚ ਹੀ ਰਹੇ। ਨਾਨਕ ਬਿਨ ਭਗਤੀ ਜਗ ਬੌਰਾਨਾ, ਸੱਚਾ ਸ਼ਬਦ ਮਿਲਾਈ। ਹੇ ਨਾਨਕ, ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਇਹ ਜਗਤ ਮਾਇਆ ਦੇ ਮੋਹ ਵਿੱਚ ਝੱਲਾ ਹੋਇਆ ਫਿਰਦਾ। ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਗੁਰ ਸ਼ਬਦ ਦੀ ਬਰਕਤ ਨਾਲ ਪ੍ਰਭੂ ਚਰਨਾਂ ਦੇ ਵਿੱਚ ਅਸੀਂ ਮਿਲਾਪ ਹਾਸਲ ਕਰਨ ਦੀ ਕੋਸ਼ਿਸ਼ ਕਰੀਏ। ਫਿਰ ਸਾਡੀਆਂ ਬਾਕੀ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਆਪਣੇ ਆਪ ਹੀ ਟਿਕ ਜਾਣਗੀਆਂ। ਉਹ ਜੋ ਤਪਸ਼ ਹੈ ਜਿਹਦੀ ਆਪਾਂ ਗੱਲ ਕੀਤੀ, ਜੋ ਅਸੰਤੁਸ਼ਟੀ ਹੈ, ਉਹ ਆਪਣੇ ਆਪ ਹੀ ਖਤਮ ਹੋ ਜਾਏਗੀ। ਸਾ ਧਨ ਮਨ ਆਨੰਦ ਭਇਆ, ਹਰ ਜੀਓ ਮੇਲ ਪਿਆਰੇ ਰਾਮ। ਸਾ ਧਨ ਹਰ ਕੈ ਰਸ ਰਸੀ, ਗੁਰ ਕੈ ਸ਼ਬਦ ਅਪਾਰੇ ਰਾਮ। ਹੇ ਸਖੀ, ਜਿਸ ਜੀਵ ਇਸਤਰੀ ਨੂੰ ਪਿਆਰੇ ਹਰ ਪ੍ਰਭ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ, ਉਸ ਦੇ ਮਨ ਵਿੱਚ ਖਿੜਾਓ ਪੈਦਾ ਹੋ ਜਾਂਦਾ, ਆਨੰਦ ਆ ਜਾਂਦਾ। ਉਹ ਜੀਵ ਇਸਤਰੀ ਅਪਾਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਗੁਰ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਪ੍ਰੇਮ ਰਸ ਵਿੱਚ ਭਿੱਜੀ ਰਹਿੰਦੀ ਹੈ। ਸ਼ਬਦ ਅਪਾਰੇ ਮਿਲੇ ਪਿਆਰੇ, ਸਦਾ ਗੁਣ ਸਾਰੇ ਮਨ ਵਸੇ। ਗੁਰੂ ਸ਼ਬਦ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਵਿਕਾਰਾਂ ਵਾਲੀ ਤਪਸ਼ ਉਹ ਬੁਝਾ ਲੈਂਦੀ ਹੈ, ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ। ਉਸ ਪ੍ਰਭੂ ਦੇ ਗੁਣ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦੀ ਹੈ। ਪ੍ਰਭੂ ਦੇ ਗੁਣ ਉਹਦੇ ਮਨ ਵਿੱਚ ਟਿਕੇ ਰਹਿੰਦੇ ਹੈ। ਸੇਜ ਸੁਹਾਵੀ ਜਾਂ ਪਿਰ ਰਾਵੀ, ਮਿਲ ਪ੍ਰੀਤਮ ਅਵਗਣ ਨਸੇ। ਜਦੋਂ ਪ੍ਰਭੂ ਪਤੀ ਨੇ ਜੀਵ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਤਾਂ ਉਸ ਇਸਤਰੀ ਦੇ ਹਿਰਦੇ ਰੂਪੀ ਜੋ ਸੇਜ ਹੈ ਉਹ ਸੋਹਣੀ ਬਣ ਜਾਂਦੀ ਹੈ। ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹਦੇ ਅੰਦਰੋਂ ਸਾਰੇ ਹੀ ਔਗੁਣ ਦੂਰ ਹੋ ਜਾਂਦੇ ਨੇ। ਜਿਤ ਘਰ ਨਾਮ ਹਰ ਸਦਾ ਧਿਆਈਐ, ਸੋ ਹਿਲੜਾ ਜੁਗ ਚਾਰੇ। ਨਾਨਕ ਨਾਮ ਰਤੇ ਸਦਾ ਆਨੰਦ ਹੈ, ਹਰ ਮਿਲਿਆ ਕਾਰਜ ਸਾਰੇ। ਹੇ ਸਖੀ, ਜਿਸ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ, ਉੱਥੇ ਸਦਾ ਹੀ ਮਾਨੋ ਖੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ। ਹੇ ਨਾਨਕ, ਜਿਹੜੇ ਜੀਵ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ। ਪ੍ਰਭੂ ਚਰਨਾਂ ਵਿੱਚ ਮਿਲ ਕੇ ਉਹਨਾਂ ਦੇ ਸਾਰੇ ਕੰਮ ਸੰਵਰ ਜਾਂਦੇ ਨੇ, ਕਾਰਜ ਸਿਰੇ ਚੜ੍ਹ ਜਾਂਦੇ ਨੇ। ਤੇ ਹੁਣ ਕਾਰਜ ਸਿਰੇ ਚੜ੍ਹਨ ਦਾ ਮਤਲਬ ਕੀ ਹੋਇਆ? ਜੋ ਆਪਾਂ ਹੁਣੇ ਗੱਲ ਕੀਤੀ ਕਿ ਅਸੀਂ ਆਪਣੇ ਜੀਵਨ ਦੀ ਮਸ਼ੀਨਰੀ ਦੇ ਵਿੱਚ ਸਦਾ ਹੀ ਕੋਈ ਨਾ ਕੋਈ ਪੁਰਜਾ ਲੱਭਦੇ ਰਹਿੰਦੇ ਹਾਂ ਜਿਹੜਾ ਖਰਾਬ ਹੈ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਹਾਂ, ਸੰਤੁਸ਼ਟ ਨਹੀਂ ਹੁੰਦੇ। ਜਦੋਂ ਗੁਰੂ ਦੀ ਬਾਣੀ ਦੇ ਰਾਹੀਂ ਸਾਡੇ ਕਾਰਜ ਸਿਰੇ ਚੜ੍ਹਦੇ ਨੇ, ਮਤਲਬ ਉਹ ਸਮਾਂ ਆ ਜਾਂਦਾ ਜਦੋਂ ਅਸੀਂ ਉਸ ਮਸ਼ੀਨਰੀ ਨੂੰ ਵੇਖਦੇ ਹਾਂ ਅਤੇ ਕਹਿੰਦੇ ਹਾਂ ਕਿ ਯਾਰ ਠੀਕ ਹੈ, ਸਾਰਾ ਕੁਝ ਠੀਕ, ਕੋਈ ਪੁਰਜਾ ਹੁਣ ਡਿਫੈਕਟਿਵ ਨਹੀਂ, ਕਿਸੇ ਪੁਰਜੇ 'ਚ ਕੋਈ ਕਮੀ ਨਹੀਂ, ਇਹਨੂੰ ਹੋਰ ਠੀਕ ਕਰਨ ਦੀ ਲੋੜ ਨਹੀਂ, ਅਸੀਂ ਸੰਤੁਸ਼ਟ ਹੋ ਜਾਂਦੇ ਹਾਂ। ਅਤੇ ਹੁਣ ਆਈਏ ਉਸ ਸਵਾਲ 'ਤੇ ਜੋ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਪਾਇਆ ਕਿ ਪ੍ਰਮਾਤਮਾ ਨੇ ਇਹ ਮਾਇਆ ਦਾ ਮੋਹ ਸਾਨੂੰ ਮਿੱਠਾ ਲੱਗਣ ਕਿਉਂ ਲਾਇਆ। ਸੰਤੁਸ਼ਟ ਨਾ ਹੋਣ ਦਾ, ਕਦੇ ਵੀ ਸੰਤੁਸ਼ਟ ਨਾ ਹੋਣ ਦਾ ਜੋ ਭਾਵ ਹੈ ਸਾਡੇ ਅੰਦਰ ਕਿਉਂ ਪਾਇਆ। ਦੇਖੋ, ਜਦੋਂ ਇਹ ਸ੍ਰਿਸ਼ਟੀ ਬਣਦੀ ਹੈ, ਥੋੜ੍ਹੇ ਜਿਹੇ ਜੀਵਾਂ ਤੋਂ ਸ਼ੁਰੂਆਤ ਹੋਈ ਅਤੇ ਅੱਜ ਜੇ ਆਪਾਂ ਗੱਲ ਕਰੀਏ ਤਾਂ ਅਨੰਤ ਜੀਵ ਇਸ ਸ੍ਰਿਸ਼ਟੀ 'ਤੇ ਮੌਜੂਦ ਨੇ। ਇਹ ਤਾਂ ਹੀ ਸੰਭਵ ਹੋ ਪਾਇਆ ਜਦੋਂ ਸਾਡੇ ਤੋਂ ਪਹਿਲਾਂ ਦੇ ਜੋ ਜੀਵ ਸਨ, ਉਹਨਾਂ ਨੇ ਆਪਣੇ ਆਸ-ਪਾਸ ਦੇ ਵਾਤਾਵਰਣ ਦੇ ਵਿੱਚ ਉਹ ਹੀਲੇ ਵਸੀਲੇ ਲੱਭੇ ਜਿਹੜੇ ਉਹਨਾਂ ਨੂੰ ਜੀਵਤ ਰੱਖ ਸਕਦੇ ਸਨ, ਜਿਹੜੇ ਉਹਨਾਂ ਦੇ ਲਈ ਇਹ ਸੰਭਵ ਕਰ ਸਕਦੇ ਸਨ ਕਿ ਉਹ ਆਪਣਾ ਵੰਸ਼ ਅੱਗੇ ਵਧਾਉਣ। ਅਤੇ ਇਸੇ ਵਰਤਾਰੇ 'ਚੋਂ ਹੀ ਹਰ ਜੀਵ ਦੀ ਵਿਰਤੀ ਦੇ ਵਿੱਚ ਇਹ ਗੱਲ ਘਰ ਘਰ ਗਈ ਕਿ ਆਪਣੇ ਆਪ ਨੂੰ ਜੀਵਤ ਰੱਖਣ ਦਾ ਅਤੇ ਆਪਣੇ ਵੰਸ਼ ਨੂੰ ਅੱਗੇ ਵਧਾਉਣ ਦਾ ਵਸੀਲਾ ਤੋਂ ਲੱਭਣਾ ਹੈ। ਅਤੇ ਉਸ ਵਸੀਲੇ ਨੂੰ ਵਰਤੂਗਾ ਜੀਵ ਤਾਂ ਹੀ ਜੇ ਉਹ ਵਸੀਲਾ ਉਹਨੂੰ ਚੰਗਾ ਲੱਗੂਗਾ। ਅਤੇ ਉਹ ਵਸੀਲੇ ਜਿਹੜੇ ਨੇ ਉਹ ਮਾਇਆ ਹੈ, ਮੋਹ ਹੈ। ਜੇਕਰ ਇੱਕ ਨਰ ਨੂੰ ਮਾਦਾ ਦੇ ਨਾਲ ਮੋਹ ਹੀ ਨਾ ਹੋਵੇ, ਜੇਕਰ ਉਹ ਮਾਦਾ ਉਹਨੂੰ ਚੰਗੀ ਨਾ ਲੱਗੇ ਤਾਂ ਉਹਦੇ ਨਾਲ ਉਹ ਰਿਸ਼ਤਾ ਕਾਇਮ ਨਹੀਂ ਕਰੇਗਾ। ਰਿਸ਼ਤਾ ਕਾਇਮ ਨਹੀਂ ਕਰੇਗਾ ਅਤੇ ਉਹਦਾ ਵੰਸ਼ ਅੱਗੇ ਨਹੀਂ ਵਧੇਗਾ। ਹੈ ਤੇ ਉਹ ਮਾਦਾ ਮਾਇਆ ਦਾ ਹਿੱਸਾ, ਪਰ ਪ੍ਰਮਾਤਮਾ ਦੇ ਇਸ ਜੋ ਪਲਾਨ ਨੂੰ ਜੇ ਅੱਗੇ ਵਧਾਉਣਾ ਕਿ ਇਸ ਸ੍ਰਿਸ਼ਟੀ 'ਤੇ ਵੰਸ਼ ਚੱਲਦਾ ਰਹੇ, ਤਾਂ ਉਹਦੇ ਲਈ ਉਸ ਮਾਦਾ ਦਾ, ਜਾਣੀ ਕਿ ਮਾਇਆ ਦੇ ਹਿੱਸੇ ਦਾ
ਨਰ ਨੂੰ ਚੰਗਾ ਲੱਗਣਾ ਜ਼ਰੂਰੀ ਹੈ। ਅਤੇ ਇਹ ਗੱਲ ਦੂਜੇ ਪਾਸੇ ਨੂੰ ਵੀ, ਮਾਦਾ ਨੂੰ ਨਰ ਚੰਗਾ ਲੱਗਦਾ ਹੈ, ਨਰ ਵੀ ਮਾਇਆ ਦਾ ਹਿੱਸਾ ਹੈ। ਉਹ ਦੋਨੋਂ ਆਪਸ ਦੇ ਵਿੱਚ ਰਿਸ਼ਤਾ ਤਾਂ ਹੀ ਕਾਇਮ ਕਰਨਗੇ ਜੇ ਦੋਨੋਂ ਇੱਕ ਦੂਜੇ ਨੂੰ ਚੰਗੇ ਲੱਗਣਗੇ, ਮਿੱਠੇ ਲੱਗਣਗੇ। ਸੋ ਸਾਨੂੰ ਮਾਇਆ ਮਿੱਠੀ ਕਿਉਂ ਲੱਗਦੀ ਹੈ? ਪ੍ਰਮਾਤਮਾ ਨੇ ਸਾਡੇ ਅੰਦਰ ਇਹ ਬਿਰਤੀ ਕਿਉਂ ਪਾਈ ਹੈ? ਤਾਂ ਕਿ ਅਸੀਂ ਆਪਣੇ ਆਪ ਨੂੰ ਜੀਵਤ ਰੱਖਣ ਦੇ ਅਤੇ ਆਪਣੇ ਵੰਸ਼ ਨੂੰ ਅੱਗੇ ਵਧਾਉਣ ਦੇ ਜਿਹੜੇ ਵਸੀਲੇ ਆ ਆਪਣੇ ਵਾਤਾਵਰਣ ਦੇ ਵਿੱਚੋਂ ਉਹ ਲੱਭ ਸਕੀਏ। ਹੁਣ ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਸ੍ਰਿਸ਼ਟੀ ਦੀ ਸ਼ੁਰੂਆਤ ਜਿਹੜੀ ਹੈ ਉਹ ਬੜੀਆਂ ਵੱਖਰੀਆਂ ਹਾਲਾਤਾਂ ਦੇ ਵਿੱਚ ਸੀ। ਉਸ ਵਕਤ ਸ਼ੁਰੂਆਤ ਦੇ ਵਿੱਚ ਜੋ ਹਾਲਾਤ ਸਨ ਉਹ ਬੜੇ ਵੱਖਰੇ ਸਨ। ਉਦੋਂ ਹੀਲੇ ਵਸੀਲੇ ਇੰਨੇ ਕੀ ਹੁੰਦੇ ਸਨ ਕਿ ਕਿਸੇ ਵਕਤ ਵਰਤ ਲਏ ਜਾਣ ਅਤੇ ਵਰਤ ਲਏ ਜਾਣ, ਨਹੀਂ ਤੇ ਖਤਮ ਹੈ। ਪਰ ਹੁਣ ਜੋ ਸਮਾਂ ਚੱਲ ਰਿਹਾ ਹੈ ਉਸ ਸਮੇਂ ਦੇ ਮੁਕਾਬਲੇ ਬਹੁਤ ਹੀ ਜ਼ਿਆਦਾ ਵੱਖਰਾ। ਹੁਣ ਜੇ ਅਸੀਂ ਸਿਰਫ ਇੰਨੇ ਕੁ ਵਸੀਲਿਆਂ ਦੀ ਗੱਲ ਕਰੀਏ ਤਾਂ ਇਹ ਬਹੁਤ ਥੋੜ੍ਹੇ ਨੇ। ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਮਨੁੱਖ ਦੀਆਂ ਜ਼ਰੂਰਤਾਂ ਬਹੁਤ ਥੋੜ੍ਹੀਆਂ ਨੇ, ਪਰ ਉਹ ਬਿਰਤੀ ਜਿਹੜੀ ਪ੍ਰਮਾਤਮਾ ਨੇ ਸਾਡੇ ਅੰਦਰ ਪਾਈ ਉਹ ਵੱਧਦੀ ਇੱਥੋਂ ਤੱਕ ਵੱਧ ਗਈ ਕਿ ਅਸੀਂ ਅੱਜ ਜਿਸ ਮੁਕਾਮ 'ਤੇ ਖੜ੍ਹੇ ਹਾਂ ਕਿ ਜਿੱਥੇ ਸਾਨੂੰ ਲੱਗਦਾ ਹੈ ਕਿ ਆਹ ਵੀ ਹਾਸਲ ਕਰ ਲਈਏ, ਉਹ ਵੀ ਹਾਸਲ ਕਰ ਲਈਏ, ਉਹਦੇ ਪਿੱਛੇ ਜੋ ਬਿਰਤੀ ਹੈ ਉਹ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਜੀਵਤ ਰੱਖਣਾ ਅਤੇ ਆਪਣਾ ਵੰਸ਼ ਅੱਗੇ ਵਧਾਉਣਾ। ਬਿਰਤੀ ਉਹਦੇ ਪਿੱਛੇ ਇਹੀ ਹੈ। ਸਾਨੂੰ ਮਾਇਆ ਦੇ ਮੋਹ ਨੂੰ ਮਿੱਠਾ ਲੱਗਣ ਦਾ ਕਾਰਨ ਇਹੀ ਹੈ। ਪਰ ਅਜੋਕੇ ਸਮੇਂ ਦੇ ਵਿੱਚ ਇਹ ਗੱਲ ਕਹਿ ਸਕਦੇ ਹਾਂ ਕਿ ਇੱਕ ਹੋਰ ਹੀ ਪੱਧਰ 'ਤੇ ਜਾ ਚੁੱਕੀ ਹੈ ਅਤੇ ਇਸੇ ਕਾਰਨ ਗੁਰਬਾਣੀ, ਗੁਰੂ ਦੀਆਂ ਸਿੱਖਿਆਵਾਂ ਮੌਜੂਦ ਹਨ ਅਜੋਕੇ ਸਮੇਂ ਦੇ ਵਿੱਚ ਉਸ ਬਿਰਤੀ ਤੋਂ ਸਾਡਾ ਖਹਿੜਾ ਛੁਡਵਾਉਣ ਦੇ ਲਈ। ਸੋ ਗੁਰਬਾਣੀ ਦੇ ਨਾਲ ਅਸੀਂ ਜੁੜੇ ਰਹੀਏ। ਇੱਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 439ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।